ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ। ਸ਼ੁਰੂਆਤ ਕਰਦੇ ਹਾਂ ਇਸ ਬੁਲੇਟਿਨ ਦੀ, ਜਿਸ ਵਿੱਚ ਸਭ ਤੋਂ ਪਹਿਲਾਂ ਝਾਤ ਮਾਰਾਂਗੇ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਨਵੇਂ ਸਾਲ ਦੇ ਉੱਪਰ ਸੰਦੇਸ਼ ਕਿਹਾ, ਸਭ ਦਾ ਹਾਂ ਸ਼ੁਕਰਗੁਜ਼ਾਰ। ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ, ਨੌਜਵਾਨਾਂ ਨੇ ਮੋਮਬੱਤੀਆਂ ਜਗਾ ਕੇ ਕੀਤੀ ਇਸ ਦੀ ਸ਼ੁਰੂਆਤ। ਓਨਟਾਰੀਓ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ, ਪਾਬੰਦੀਆਂ ਦੇ ਵਿੱਚ ਛੁੱਟੀਆਂ ਮਨਾਉਣ ਗਏ ਸਨ ਬਾਹਰ। ਨਵੇਂ ਸਾਲ ਦੇ ਮੌਕੇ ਦੇ ਉੱਪਰ BC ਵਾਸੀਆਂ ਦੇ ਲਈ ਨਵਾਂ ਫੁਰਮਾਨ, ਹੁਣ ਨਹੀਂ ਵੇਚੀ ਜਾ ਸਕਦੀ 8 ਵਜੇ ਤੋਂ ਬਾਅਦ ਸ਼ਰਾਬ। ਕੈਨੇਡਾ ਦੇ ਵਿੱਚ COVID-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੇਂ ਸਾਲ ਦੇ ਮੌਕੇ ਉੱਪਰ ਇੱਕ ਸੰਦੇਸ਼ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਫਰੰਟ ਲਾਈਨ ਵਰਕਰਸ ਦਾ, ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਉਹਨਾਂ ਕਿਹਾ ਕਿ ਕਾਫੀ ਜ਼ਿਆਦਾ ਚੁਣੌਤੀ ਭਰਿਆ ਇਹ ਵਰ੍ਹਾ ਰਿਹਾ ਹੈ, ਇਸ ਸਾਲ ਸਾਡੇ ਵਾਸਤੇ ਰਿਹਾ ਹੈ ਤੇ ਬਹੁਤ ਕੁਝ ਸੈਕਰੀਫਾਈਸ, ਜਾਣੀ ਕਿ ਸਾਨੂੰ ਬਹੁਤ ਕੁਝ ਗਵਾਉਣਾ ਪਿਆ। ਸੋ ਖਾਸ ਸੰਦੇਸ਼ ਦੇ ਵਿੱਚ ਉਹਨਾਂ ਵੱਲੋਂ ਹੋਰ ਕੀ ਗੱਲਾਂ ਕਹੀਆਂ, ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਮੁਬਾਰਕਬਾਦ ਦਿੰਦਿਆਂ ਇੱਕ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ ਦੇ ਵਿੱਚ ਉਹਨਾਂ ਨੇ ਧੰਨਵਾਦ ਕੀਤਾ ਫਰੰਟ ਲਾਈਨ ਵਾਰੀਅਰਸ ਦਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਗੇ ਰਹਿ ਕੇ COVID-19 ਦੇ ਦੌਰਾਨ ਸੇਵਾਵਾਂ ਨਿਭਾਈਆਂ ਗਈਆਂ ਹਨ। ਨਾਲ ਹੀ ਟਰੂਡੋ ਨੇ ਕਿਹਾ ਕਿ ਇਹ ਸਾਲ ਕਾਫੀ ਜ਼ਿਆਦਾ ਚੁਣੌਤੀਪੂਰਨ ਰਿਹਾ ਹੈ। ਅਸੀਂ ਸਾਰਿਆਂ ਨੇ ਬਹੁਤ ਕੁਝ ਸੈਕਰੀਫਾਈਸ ਕੀਤਾ ਹੈ, ਜਾਣੀ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਬਲੀਦਾਨ ਦਿੱਤਾ ਹੈ। ਸੋ ਇਸ ਦੇ ਲਈ ਉਹ ਸਾਰਿਆਂ ਦੇ ਸ਼ੁਕਰਗੁਜ਼ਾਰ ਹਨ। ਸੋ ਇਸ ਸੰਦੇਸ਼ ਦੇ ਵਿੱਚ ਹੋਰ ਟਰੂਡੋ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone, and at long last, Happy New Year. Today, as we look towards a new year full of possibilities and optimism, we also have to reflect on the year we just had, and what a year it has been. It's been tough. The virus has affected all of our lives, but through it we've seen Canadians from coast to coast to coast lend a hand, make personal sacrifices, and help others. This is especially true for those working on the front lines of the pandemic. I'm talking about the healthcare workers who cared for the sick, the grocery store workers who kept the shelves stocked, the teachers and childcare workers who've comforted our children, the farmers who ensured we had food on the table, the volunteers who raised their hand to help those in need, and the women and men in uniform who helped care for our most vulnerable. They are the everyday heroes who we cheered on and hung signs in our windows for. Because every day they put the interests of their neighbours, their communities and their country ahead of their own. So as we close 2020, let's take another moment to thank those who sacrificed so much for the good of all of us. To all of our frontline workers, thank you. Our country will be forever grateful, and we will continue to be here to support you every step of the way. My friends, I know better days are ahead, and together we will come out of this crisis stronger and more resilient. But until then, stay safe and healthy, and Happy New Year, everyone. ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਸਾਲ ਦੇ ਮੌਕੇ ਉੱਪਰ ਵਾਈਟ ਹਾਊਸ ਤੋਂ ਇੱਕ ਸੰਦੇਸ਼ ਜਾਰੀ ਕੀਤਾ ਹੈ, ਜਿੱਥੇ ਉਹਨਾਂ ਕਿਹਾ ਹੈ ਕਿ ਇਸ ਵਰੇ ਅਮਰੀਕਾ ਨੇ ਕਈ ਬੁਲੰਦੀਆਂ ਛੂਹੀਆਂ ਹਨ। ਉਹਨਾਂ ਚਾਈਨੀਜ਼ ਵਾਇਰਸ, ਜਾਣੀ ਕਿ ਕਰੋਨਾ ਵਾਇਰਸ ਨੂੰ ਇੱਕ ਵਾਰ ਫਿਰ ਤੋਂ ਚਾਈਨੀਜ਼ ਵਾਇਰਸ ਕਹਿੰਦਿਆਂ ਇਸ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਵੈਂਟੀਲੇਟਰ ਤਿਆਰ ਕੀਤੇ ਗਏ ਤੇ ਇਸ ਵਾਇਰਸ ਤੋਂ ਕਈ ਲੋਕਾਂ ਨੂੰ ਬਚਾਇਆ ਗਿਆ ਹੈ, ਕਿਉਂਕਿ ਉਹਨਾਂ ਵੱਲੋਂ ਚਾਈਨਾ ਦੇ ਨਾਲ ਤੇ ਯੂਰਪ ਤੋਂ ਫਲਾਈਟਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਇਸ ਮੌਕੇ ਦੇ ਉੱਪਰ ਹੋਰ ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਾਈਟ ਹਾਊਸ ਤੋਂ ਨਵੇਂ ਸਾਲ ਦੇ ਮੌਕੇ ਦੇ ਉੱਪਰ ਸੰਦੇਸ਼ ਜਾਰੀ ਕੀਤਾ ਗਿਆ। ਇਸ ਸੰਦੇਸ਼ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਇਸ ਵਰੇ ਕਈ ਤਰ੍ਹਾਂ ਦੀਆਂ ਬੁਲੰਦੀਆਂ ਛੂਹੀਆਂ ਹਨ। ਇਸ ਮੌਕੇ ਉਹਨਾਂ ਨੇ COVID-19 ਜਾਣੀ ਕਿ ਕਰੋਨਾ ਵਾਇਰਸ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਅਮਰੀਕਾ ਨੇ ਕਈ ਵੈਂਟੀਲੇਟਰ ਬਣਾਏ ਅਤੇ ਕਈ ਲੋਕਾਂ ਦੀ ਜਾਨ ਵੀ ਇਸ ਕਰੋਨਾ ਵਾਇਰਸ ਤੋਂ ਬਚਾਈ ਹੈ। ਉਹਨਾਂ ਕਿਹਾ ਕਿ ਚਾਈਨਾ ਅਤੇ ਯੂਰਪ ਦੇ ਨਾਲ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਦੇ ਕਰਕੇ ਅਮਰੀਕਾ ਦੇ ਵਿੱਚ COVID-19 ਨੂੰ ਉਹਨਾਂ ਵੱਲੋਂ ਕੰਟਰੋਲ ਕੀਤਾ ਗਿਆ। ਸੋ ਇਸ ਮੌਕੇ ਸੰਦੇਸ਼ ਦਿੰਦਿਆਂ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। In the face of great challenges this year, Americans showed incredible grit, strength, tenacity, and resolve, and together we achieved truly historic victories like nobody ever thought possible.
To defeat the China virus, we launched the largest mobilization since World War II. We transformed our factories to build tens of thousands of ventilators and millions of masks virtually overnight. Nobody thought it could be done. We ignored the experts who demanded open borders, and we shut down travel from China and Europe to protect our citizens, and we built the wall. We pioneered groundbreaking new therapies and treatments, and we saved millions of American lives. Over and over again, we were told it would be impossible to deliver a vaccine by the end of the year. All of the experts said, absolutely unthinkable. Trump is exaggerating. It can't happen. And we did it long before the end of the year. They said it would take a medical miracle, and that's exactly what it is. Years from now, they'll be talking about it. They'll be talking about this great thing that we did with the vaccines. A truly unprecedented, amazing medical miracle. Normally, developing a vaccine takes up to 10 years. Thanks to Operation Warp Speed, we developed a vaccine in just 9 months. We've already begun a nationwide vaccination program, and we're sending the vaccine all over the world. The world will benefit, we'll benefit, and everybody's calling to thank me. Our most vulnerable citizens are already receiving the vaccine, and millions of doses are quickly being shipped all across our country. By early next year, the vaccine will be available to every American, and shortly thereafter, it will be delivered worldwide. We will end the pandemic once and for all. This is one of the most extraordinary scientific, industrial, and medical feats in history. Everybody has it as that. That's what they're marketed down as. And we can never let people forget where it came from and how it came. We're very proud to be honored, and all of the people that worked so hard on it, we have to be remembered for what's been done. I want to thank all of the workers, scientists, doctors, and members of the military who helped make Operation Warp Speed possible. Before the pandemic, we built the greatest economy in the history of the world. Now we are doing it again. We've actually built, if you think about it, 2 great economies, before and after. We passed $3 trillion in relief, the largest financial aid package in history. Through the Paycheck Protection Program, we saved or supported more than 51 million American jobs, and we're doing numbers now like nobody's ever seen before, including having the highest stock market in the history of the world. I froze student loan payments, stopped evictions, suspended payroll taxes. We have slashed the unemployment rate from 14.7% all the way down to 6.7%, and a lot of people thought that the 14.7 could be 32 or 40 or 45%, and now we're down to 6.7 and heading a lot lower. We made it dramatically better than experts predicted just a few months ago. Our economy is growing at the most rapid rate ever recorded, 33.4% last quarter, and much faster than the nations of Europe. Nobody can compete with us in terms of going down less and going up by far the fastest and the best. Whenever America is challenged, we always rise to the occasion. We are bringing critical medical manufacturing back home to America. We have secured our borders and paused immigration to protect American workers. We lowered drug prices for the first time in 51 years. And after years of endless foreign wars, we are signing historic peace deals in the Middle East. It's all ending in the Middle East. We have to hope it keeps going. It's so easy if you know what you're doing. In this season of joy, Americans have so much to be grateful for. We're all blessed to live in the greatest country ever to exist on the face of the earth, and we have made it greater than ever before. As long as we remain loyal to our nation, devoted to our citizens, and faithful to Almighty God, we know that the best is yet to come. God bless you, and God bless America. ਲਗਾਤਾਰ ਅਜੇ ਵੀ ਕੈਨੇਡਾ ਤੋਂ ਕੋਵਿਡ-19 ਮਾਮਲੇ ਉਸੇ ਤਰ੍ਹਾਂ ਆ ਰਹੇ ਹਨ ਜਾਂ ਕਹੀਏ ਹੁਣ ਕਈ ਜਗ੍ਹਾ ਦੇ ਉੱਪਰੋਂ ਜਾਨੀ ਪ੍ਰੋਵਿੰਸਸ ਦੇ ਵਿੱਚੋਂ ਰਿਕਾਰਡ ਤੋੜ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 3000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ ਪਹਿਲਾਂ ਹੀ 26 ਦਸੰਬਰ ਤੋਂ ਮੁੜ ਤੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਉਸ ਦੇ ਚਲਦਿਆਂ ਵੀ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ
ਕਿਉਂਕਿ ਲੋਕਾਂ ਨੂੰ ਤਾਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਦੇ ਵਿੱਚ ਹੀ ਰਹਿਣ, ਜਿਹੜੀ ਗੈਰ ਜ਼ਰੂਰੀ ਆਉਣ ਜਾਣ ਹੈ ਜਾਂ ਟਰੈਵਲ ਹੈ ਉਸ ਨੂੰ ਨਾ ਕੀਤਾ ਜਾਵੇ। ਨਾਲ ਹੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਹੋਰ ਕਿੰਨੇ ਹਿੱਸਿਆਂ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਕਾਰਨ ਇੱਥੇ ਮੁੜ ਤੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੁਣ ਬੀਤੇ 24 ਘੰਟਿਆਂ ਦੌਰਾਨ ਇੱਥੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 24 ਘੰਟਿਆਂ ਦੌਰਾਨ 3000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜੀ ਹਾਂ, ਓਨਟਾਰੀਓ ਤੋਂ 3328 ਕੋਵਿਡ ਕੇਸਿਸ ਸਾਹਮਣੇ ਆਏ ਨੇ। 56 ਲੋਕਾਂ ਦੀ ਇੱਥੇ ਇਸ ਵਾਇਰਸ ਕਾਰਨ ਜਾਨ ਵੀ ਗਈ ਹੈ, ਜਿਸ ਦੇ ਨਾਲ ਹੁਣ ਕੁੱਲ ਮੌਤਾਂ ਦਾ ਅੰਕੜਾ ਇੱਥੇ 4530 ਹੋ ਗਿਆ ਹੈ। ਕਿਊਬੈਕ ਦੇ ਵਿੱਚ 2819 ਮਾਮਲੇ ਰਿਕਾਰਡ ਹੋਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਕੁੱਲ ਅੰਕੜਾ ਟੋਟਲ ਕੇਸਿਸ ਦਾ ਇੱਥੇ 2,02,641 ਹੋ ਗਿਆ ਹੈ। ਨਾਲ ਹੀ 62 ਲੋਕਾਂ ਦੀ ਇੱਥੇ ਇਸ ਵਾਇਰਸ ਕਾਰਨ ਜਾਨ ਵੀ ਗਈ ਹੈ, ਜਿਸ ਦੇ ਨਾਲ ਹੁਣ ਤੱਕ ਇੱਥੇ 8,226 ਦੇ ਕਰੀਬ ਜਾਨਾਂ ਇਸ ਵਾਇਰਸ ਕਾਰਨ ਜਾ ਚੁੱਕੀਆਂ ਨੇ। 22,367 ਇਸ ਸਮੇਂ ਕਿਊਬੈਕ ਦੇ ਵਿੱਚ ਐਕਟਿਵ ਕੇਸਿਸ ਨੇ। ਮੈਨੀਟੋਬਾ ਦੇ ਵਿੱਚ 187 ਇਨਫੈਕਸ਼ਨ ਕੇਸਿਸ ਪਾਏ ਗਏ ਅਤੇ 6 ਮੌਤਾਂ ਵੀ ਦਰਜ ਕੀਤੀਆਂ ਗਈਆਂ। ਮੈਨੀਟੋਬਾ ਦੇ ਵਿੱਚ 4,505 ਅਜੇ ਵੀ ਐਕਟਿਵ ਮਾਮਲੇ ਹਨ ਅਤੇ 19,528 ਰਿਕਵਰ ਹੋ ਚੁੱਕੇ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 5,80,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 15,598 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। 4,99,000 ਦੇ ਕਰੀਬ ਰਿਕਵਰਡ ਕੇਸਿਸ ਹਨ। ਮਾਮਲਾ ਸਾਹਮਣੇ ਆਇਆ ਸੀ ਕਿ ਓਨਟਾਰੀਓ ਦੇ ਵਿੱਤ ਮੰਤਰੀ ਬਾਕੀਆਂ ਨੂੰ ਅਪੀਲ ਕਰਕੇ, ਜਾਣੀ ਕਿ ਓਨਟਾਰੀਓ ਵਾਸੀਆਂ ਨੂੰ ਅਪੀਲ ਕਰਕੇ ਕਿ ਆਪਣੇ ਘਰਾਂ ਦੇ ਵਿੱਚ ਰਹਿਣ, ਗੈਰ ਜ਼ਰੂਰੀ ਟਰੈਵਲ ਜਾਣੀ ਕਿ ਯਾਤਰਾ ਦੇ ਉੱਪਰ ਨਾ ਜਾਣ, ਪਰ ਖੁਦ ਛੁੱਟੀਆਂ ਮਨਾਉਂਦੇ ਨਜ਼ਰ ਆਏ ਤੇ ਹੁਣ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਪ੍ਰੀਮੀਅਰ ਡਗ ਫੋਰਡ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਓਨਟਾਰੀਓ ਦੇ ਫਾਈਨਾਂਸ ਮਿਨਿਸਟਰ ਨੇ ਛੁੱਟੀਆਂ ਤੋਂ ਵਾਪਸ ਆਉਂਦਿਆਂ ਰਿਜ਼ਾਈਨ ਕਰ ਦਿੱਤਾ ਹੈ। ਹਾਲ ਹੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਕਿ ਓਨਟਾਰੀਓ ਦੇ ਵਿੱਤ ਮੰਤਰੀ ਰੌਡ ਫਿਲਿਪਸ ਪਾਬੰਦੀਆਂ ਬਾਅਦ ਵੀ ਛੁੱਟੀਆਂ ਮਨਾਉਣ ਦੇ ਲਈ ਗਏ ਹੋਏ ਸਨ। ਰੌਡ ਦੇ ਅਸਤੀਫੇ ਦੇ ਬਾਰੇ ਪ੍ਰੀਮੀਅਰ ਡਗ ਫੋਰਡ ਵੱਲੋਂ ਇਹ ਜਾਣਕਾਰੀ ਖੁਦ ਦਿੱਤੀ ਗਈ ਹੈ। ਇੱਕ ਪਾਸੇ ਤਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਗੈਰ ਜ਼ਰੂਰੀ ਯਾਤਰਾ ਨਾ ਕਰਨ ਤੇ ਦੂਜੇ ਪਾਸੇ ਮੰਤਰੀ ਸਾਹਿਬ ਆਪ ਹੀ ਛੁੱਟੀਆਂ ਮਨਾਉਂਦੇ ਨਜ਼ਰ ਆਏ ਸਨ। ਫੋਰਡ ਨੇ ਕਿਹਾ ਹੈ ਕਿ ਰੌਡ ਨੇ ਆਉਂਦਿਆਂ ਹੀ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਮਨਜ਼ੂਰ ਕਰ ਦਿੱਤਾ ਹੈ। ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਰੋਜ਼ਾਨਾ ਜੋ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਇਸ ਦੇ ਚੱਲਦਿਆਂ ਇੱਥੇ ਮੁੜ ਤੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ। 26 ਦਸੰਬਰ ਤੋਂ ਇਹ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਇਸ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ, ਜਿਨ੍ਹਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਨਾ ਕਰਨਾ ਸ਼ਾਮਿਲ ਸੀ। ਪਰ ਇੱਥੇ ਦੇਖਣ ਨੂੰ ਸਾਹਮਣੇ ਆਇਆ ਸੀ ਕਿ ਇੱਕ ਪਾਸੇ ਲੋਕਾਂ ਨੂੰ ਤਾਂ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ, ਛੁੱਟੀਆਂ ਮਨਾਉਣ ਦੇ ਲਈ ਬਾਹਰ ਕਿਤੇ ਨਾ ਜਾਣ, ਤੇ ਦੂਜੇ ਪਾਸੇ ਵਿੱਤ ਮੰਤਰੀ ਖੁਦ ਆਪਣੇ ਪਰਿਵਾਰ ਦੇ ਨਾਲ, ਜਾਣੀ ਕਿ ਪਤਨੀ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਬਾਹਰ ਗਏ ਸਨ। ਤੇ ਉਹਨਾਂ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਲਾਨ ਤਾਂ, ਜਾਣੀ ਕਿ ਯੋਜਨਾ ਤਾਂ ਪਹਿਲਾਂ ਹੀ ਬਣੀ ਹੋਈ ਸੀ। I wanted to take this opportunity to again unreservedly apologize for my decision to travel during the holidays. I know that I disappointed a lot of people. I hope people appreciate I've disappointed no one more than myself. Later on today, I'm going to be speaking with Premier Ford. I know that people are understandably angry about the situation. I do hope to be able to regain their confidence in the days and weeks and months ahead. I've been asking myself the same thing over the last number of days. Obviously, I made a significant error in judgment, and I will be accountable for that. I do not make any excuses for the fact that I traveled when we shouldn't have traveled. And I think the one thing that I hope is that I'll be able to regain the confidence of the people of Ontario. I think there's a lot of work that still needs to be done, and I would like to be a part of that. Listen, Premier Ford has far more important things to do than worry about the travel of his ministers or the people who work for him. As I said, this was my decision. It was a serious error in judgment. The blame is mine, and the blame is mine alone. I understand why some people believe that's the case. It is not. Many politicians, I would almost say most politicians, pre-program and pre-record a lot of their social media content. I did that to promote Ajax businesses, to promote the COVID-19 supports that we have for small businesses across the province, and to wish my constituents a holiday greeting. That said, I understand in the circumstances why it seemed insincere, and I apologize for that, but it was not the intention.
ਕੈਲੀਫੋਰਨੀਆ ਦੇ ਵਿੱਚ ਕੋਵਿਡ-19 ਦੇ ਨਾਲ ਜੁੜੇ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ, ਜਾਣੀ ਕਿ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਨਾਲ ਜੁੜਿਆ ਹੋਇਆ ਮਾਮਲਾ ਇੱਥੇ ਸਾਹਮਣੇ ਆਇਆ ਹੈ। ਕੈਲੀਫੋਰਨੀਆ ਦੇ ਵਿੱਚ ਅਜਿਹਾ ਪਹਿਲਾ ਮਾਮਲਾ ਤੇ ਅਮਰੀਕਾ ਦੇ ਵਿੱਚ ਦੂਸਰਾ ਮਾਮਲਾ ਇਸ ਨਵੇਂ ਰੂਪ ਦੇ ਨਾਲ ਸੰਬੰਧਿਤ ਪਾਇਆ ਗਿਆ ਹੈ। ਸੋ ਡਾਕਟਰ ਫਾਊਚੀ ਵੱਲੋਂ ਜਾਨੀ ਡਾਕਟਰ ਐਂਥਨੀ ਫਾਊਚੀ ਵੱਲੋਂ ਇਸ ਦੀ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਤੇ ਨਾਲ ਹੀ ਇਹ ਰਿਪੋਰਟਸ ਜਿਹੜੀਆਂ ਕੁਝ ਇਸ ਵੇਰੀਐਂਟ ਦੇ ਨਾਲ ਸੰਬੰਧਿਤ ਜੋ ਲੋਕਾਂ ਦੀਆਂ ਲਈਆਂ ਗਈਆਂ ਹਨ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜੋ ਇਹ ਵਿਅਕਤੀ ਪੋਜ਼ਿਟਿਵ ਪਾਇਆ ਗਿਆ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਇਸ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਹੁਣ ਕੈਲੀਫੋਰਨੀਆ ਦੇ ਵਿੱਚ ਵੀ ਕੋਵਿਡ-19 ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਇਹ ਨਵਾਂ ਰੂਪ ਮਿਲ ਚੁੱਕਿਆ ਹੈ। ਕੈਲੀਫੋਰਨੀਆ ਦੇ ਦੱਖਣੀ ਭਾਗ ਦੇ ਵਿੱਚ ਇਹ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਾਇਆ ਗਿਆ ਜੋ ਕਿ ਇਸ ਸੂਬੇ ਦਾ ਪਹਿਲਾ ਅਤੇ ਦੇਸ਼ ਦਾ ਦੂਜਾ ਮਾਮਲਾ ਹੈ। ਇਹ ਐਲਾਨ ਕੈਲੀਫੋਰਨੀਆ ਸੂਬੇ ਦੇ ਗੈਵਿਨ ਵੱਲੋਂ ਕੋਲੋਰਾਡੋ ਦੇ ਵਿੱਚ ਵਾਇਰਸ ਦੇ ਅਮਰੀਕਾ 'ਚ ਹੋਏ ਪਹਿਲੇ ਮਾਮਲੇ ਦੀ ਪੁਸ਼ਟੀ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ। ਦੱਸ ਦਈਏ ਕਿ ਡਾਕਟਰ ਐਂਥਨੀ ਫਾਊਚੀ ਨੇ ਇੱਕ ਵੀਡੀਓ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਸੀ ਕਿ ਦੱਖਣੀ ਕੈਲੀਫੋਰਨੀਆ ਦੇ ਵਿੱਚ ਨਵੇਂ ਕੋਰੋਨਾ ਵਾਇਰਸ ਦੇ ਇਸ ਸਟ੍ਰੇਨ ਦੀ ਪਹਿਚਾਣ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਜੋ ਇਸ ਨਵੇਂ ਵਾਇਰਸ ਦੀ ਗ੍ਰਿਫਤ ਦੇ ਵਿੱਚ ਆਇਆ ਹੈ, ਜਾਣੀ ਕਿ ਇਸ ਨਵੀਂ ਵਾਇਰਸ ਦੀ ਲਪੇਟ ਦੇ ਵਿੱਚ ਆਇਆ ਹੈ, ਉਸ ਵਿਅਕਤੀ ਦੀ ਉਮਰ 30 ਸਾਲ ਹੈ ਅਤੇ ਉਸ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਇਸ ਵਿਅਕਤੀ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਸਥਾ CDC ਅਨੁਸਾਰ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ 2 ਹੋਰ ਮਾਮਲਿਆਂ ਦੀ ਰਿਪੋਰਟ ਆਉਣ ਦੀ ਉਮੀਦ ਹੈ। ਦੱਸੀਏ ਕਿ ਸਭ ਤੋਂ ਪਹਿਲਾਂ ਇਸ ਦਾ ਵੇਰੀਐਂਟ ਬ੍ਰਿਟੇਨ ਦੇ ਵਿੱਚ ਪਾਇਆ ਗਿਆ ਸੀ, ਜਿਸ ਤੋਂ ਬਾਅਦ ਬਾਕੀ ਦੇਸ਼ਾਂ ਨੇ ਕਦਮ ਚੁੱਕਦਿਆਂ ਬ੍ਰਿਟੇਨ ਦੇ ਨਾਲ ਸਾਰੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਸੀ ਤੇ ਹੁਣ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਇਸ ਦੇ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਫਾਈਜ਼ਰ ਅਤੇ ਮੋਡਰਨਾ ਟੀਕਾ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਨਵੇਂ ਵਾਇਰਸ ਦੇ ਉੱਪਰ ਵੀ ਉਹਨਾਂ ਦਾ ਟੀਕਾ ਅਸਰਦਾਰ ਹੈ। ਸੋ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਨਵੇਂ ਸਾਲ ਮੌਕੇ ਦੇ ਉੱਪਰ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਜਿੱਥੇ ਕਿਹਾ ਗਿਆ ਹੈ ਕਿ ਹੁਣ ਨਵੇਂ ਸਾਲ ਤੋਂ ਰਾਤ ਨੂੰ 8 ਵਜੇ ਤੋਂ ਬਾਅਦ ਸ਼ਰਾਬ ਨਹੀਂ ਵੇਚੀ ਜਾ ਸਕਦੀ। ਸੋ ਨਵੇਂ ਜਿਹੜੇ ਰੂਲਸ ਨਿਯਮ ਲਾਗੂ ਕੀਤੇ ਗਏ ਹਨ ਜਿਸ ਦੇ ਤਹਿਤ ਦੱਸਿਆ ਗਿਆ, ਖਬਰ 'ਚ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਕਿੰਨੀ ਦੇਰ ਤੱਕ ਜਿਹੜੇ ਰੈਸਟੋਰੈਂਟਸ ਨੇ ਬਾਹਰ ਨੇ ਉਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਦੱਸ ਦਈਏ ਕਿ ਜਿਹੜੀਆਂ ਵੀ ਸਰਕਾਰੀ ਜੋ ਸ਼ਰਾਬ ਵੇਚਣ ਵਾਲੀਆਂ ਸ਼ਾਪਸ ਨੇ ਜਾਨੀ ਲੀਕਰ ਸ਼ਾਪਸ ਨੇ ਤੇ ਪ੍ਰਾਈਵੇਟ ਲੀਕਰ ਸ਼ਾਪਸ ਨੇ ਉਹਨਾਂ ਨੂੰ 8 ਵਜੇ ਬੰਦ ਕਰਨਾ ਪਵੇਗਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਸ਼ਰਾਬ ਦੀ ਵਿਕਰੀ ਬਾਰੇ ਵਿੱਚ ਐਮਰਜੈਂਸੀ ਆਰਡਰ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਹੈ ਕਿ ਨਵੇਂ ਸਾਲ ਦੇ ਮੌਕੇ ਰਾਤ ਨੂੰ 8 ਵਜੇ ਬਾਅਦ ਸ਼ਰਾਬ ਨਹੀਂ ਵੇਚੀ ਜਾ ਸਕਦੀ। ਆਰਡਰ ਬਾਰ ਅਤੇ ਰੈਸਟੋਰੈਂਟ ਦੋਹਾਂ ਦੇ ਉੱਪਰ ਲਾਗੂ ਹੋਣਗੇ। ਜੋ ਸਰਕਾਰੀ ਬ੍ਰਿਟਿਸ਼ ਕੋਲੰਬੀਆ ਲੀਕਰ ਸਟੋਰ ਨੇ ਤੇ ਪ੍ਰਾਈਵੇਟ ਸਟੋਰ ਹਨ ਉਹ 8 ਵਜੇ ਤੱਕ ਹੀ ਖੋਲ੍ਹੇ ਜਾ ਸਕਦੇ ਹਨ। ਗਰੋਸਰੀ ਸਟੋਰਾਂ ਦੇ ਵਿੱਚ ਵੀ ਸ਼ਰਾਬ ਸਿਰਫ 8 ਵਜੇ ਤੱਕ ਹੀ ਵੇਚੀ ਜਾ ਸਕਦੀ ਹੈ। ਬਾਜ਼ ਨੂੰ ਰਾਤ 9 ਵਜੇ ਤੱਕ ਬੰਦ ਕਰਨਾ ਹੋਵੇਗਾ। ਰੈਸਟੋਰੈਂਟਸ ਨੂੰ 10 ਵਜੇ ਤੱਕ ਹੀ ਖੋਲ੍ਹਿਆ ਜਾ ਸਕਦਾ ਹੈ। ਸਥਿਤੀ ਦੀ ਦੇਖਰੇਖ ਕਰਨ ਦੇ ਲਈ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਕਿ ਹਾਲਾਤਾਂ ਦਾ ਜਾਇਜ਼ਾ ਸਮੇਂ-ਸਮੇਂ ਦੇ ਉੱਪਰ ਲਿਆ ਜਾਵੇ। ਇਹ ਸਾਰੀ ਜਾਣਕਾਰੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੌਨੀ ਹੈਨਰੀ ਨੇ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਕਾਰਨ ਜੋ ਹਾਲਾਤ ਬਣੇ ਹੋਏ ਹਨ ਇਸ ਨੂੰ ਦੇਖਦਿਆਂ ਹੀ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਅਸੀਂ ਕੋਰੋਨਾ ਦੇ ਹਾਲਾਤਾਂ ਨੂੰ ਕਾਬੂ ਕਰਨਾ ਹੈ ਤਾਂ ਰਾਤ 8 ਵਜੇ ਤੋਂ ਬਾਅਦ ਸ਼ਰਾਬ ਦੀ ਵਿਕਰੀ ਨੂੰ ਜਾਣੀ ਕਿ ਵੇਚਣ ਨੂੰ ਬੰਦ ਕਰਨਾ ਹੋਵੇਗਾ। ਕੋਵਿਡ-19 ਵੈਕਸੀਨ ਦੇ ਬਾਰੇ ਦੇ ਵਿੱਚ ਇੱਕ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵੱਲੋਂ। ਉਹਨਾਂ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਅਮਰੀਕਨਸ ਨੂੰ ਇਹ ਕੋਰੋਨਾ ਦਾ ਟੀਕਾ ਮੁਫਤ ਕੀਤਾ ਜਾਵੇ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਉਹਨਾਂ ਵੱਲੋਂ ਹੋਰ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜੋ ਬਾਈਡਨ ਵੱਲੋਂ ਕੋਰੋਨਾ ਦਾ ਟੀਕਾ ਲਗਵਾਇਆ ਗਿਆ ਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਹ ਸ਼ਾਟ ਲਗਵਾਇਆ ਤਾਂ ਕਿ ਅਮਰੀਕਨਸ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਇਹ ਕੋਰੋਨਾ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਇੱਕ ਵੀਡੀਓ ਜਾਰੀ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਦੇ ਵਿੱਚ ਕੋਰੋਨਾ ਵੈਕਸੀਨ ਦੇ ਬਾਰੇ ਦੇ ਵਿੱਚ ਖਾਸ ਗੱਲ ਕਹੀ ਹੈ। ਉਹਨਾਂ ਅਮਰੀਕਨਸ ਨੂੰ ਇਸ ਵੈਕਸੀਨ ਨੂੰ ਮੁਫਤ ਦੇਣ ਬਾਰੇ ਗੱਲ ਕਹੀ। ਨਾਲ ਹੀ ਉਹਨਾਂ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਟੀਕੇ ਦੀ ਵੰਡ ਬਰਾਬਰ ਹੋਵੇਗੀ ਤਾਂ ਕਿ ਹਰ ਕਿਸੇ ਨੂੰ ਕੋਰੋਨਾ ਟੀਕਾ ਲਗਾਇਆ ਜਾ ਸਕੇ, ਚਾਹੇ ਉਹ ਕਿਸੇ ਵੀ ਰੰਗ ਦਾ ਹੋਵੇ ਜਾਂ ਫਿਰ ਕਿਤੇ ਵੀ ਰਹਿੰਦਾ ਹੋਵੇ। ਦੱਸੀਏ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੋਵਿਡ-19 ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਦੇ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਲਈ ਵੀ ਕਾਫੀ ਚੁਣੌਤੀਪੂਰਨ ਹੈ ਕਿ ਹਾਲਾਤ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ, ਜਲਦ ਤੋਂ ਜਲਦ ਅਮਰੀਕਾ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ। ਅਮਰੀਕਾ ਦੇ ਵਿੱਚ 2 ਟੀਕਿਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਪਹਿਲਾਂ ਹੀ ਕੋਰੋਨਾ ਟੀਕਾ ਲਗਵਾ ਚੁੱਕੇ ਹਨ ਤਾਂ ਕਿ ਅਮਰੀਕਨਸ ਨੂੰ ਇਸ ਸੰਦੇਸ਼ ਦੇ ਸਕਣ ਕਿ ਜੋ ਵੀ ਕੋਵਿਡ-19 ਦੀ ਵੈਕਸੀਨ ਨੂੰ ਅਪਰੂਵ ਕੀਤਾ ਗਿਆ ਹੈ ਉਹ ਬਿਲਕੁਲ ਸੁਰੱਖਿਅਤ ਹੈ। I'm going to move heaven and earth to get us going in the right direction. I'm going to use my power under the Defense Production Act when I'm sworn in order private industry to accelerate the making of the materials needed for the vaccines as well as protective gear. Vice President Harris and I have been speaking with county officials, mayors, governors of both parties to speed up the distribution of the vaccines across the nation. We're planning a whole of government effort. And we're going to work to set up vaccination sites and send mobile units to hard-to-reach communities. And we also know there's a vaccination hesitancy in many communities, especially Black, Latino, Native American communities, who have not always been treated with the dignity and honesty they deserve by the federal government and the scientific community throughout our history. That's why we will launch a massive public education campaign to increase vaccine acceptance. We'll do everything we can to show the vaccines are safe and critically important for one's own health and that of their families and the communities. That means we're also going to make sure vaccines are distributed equitably so every person who wants a vaccine can get it no matter the color of their skin or where they live. And we're going to ensure vaccinations are free of charge. ਕੈਨੇਡਾ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਹ ਅੰਦੋਲਨ ਭਾਰਤ ਦੀ ਧਰਤੀ ਤੱਕ ਸੀਮਿਤ ਨਹੀਂ ਰਿਹਾ, ਚਾਹੇ ਸ਼ੁਰੂਆਤ ਇਸ ਦੀ ਭਾਰਤ ਤੋਂ ਹੋਈ ਹੈ, ਪਰ ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨਾਂ ਦਾ। ਅਜਿਹੇ ਦੇ ਵਿੱਚ ਨੌਜਵਾਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਇਸ ਨਵੇਂ ਸਾਲ ਦੀ ਸ਼ੁਰੂਆਤ ਕਿਸਾਨਾਂ ਦੇ ਨਾਮ ਤੇ ਕੀਤੀ ਜਾਵੇ, ਜਾਣੀ ਆਪਣੇ ਘਰਾਂ ਦੇ ਬਾਹਰ ਮੋਮਬੱਤੀਆਂ ਦੀਵੇ ਜਗਾ ਕੇ ਕੀਤੀ ਜਾਵੇ। ਸੋ ਕਿਸ ਸ਼ਹਿਰ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ, ਜਾਣਕਾਰੀ ਤੁਹਾਨੂੰ ਦਿੰਦੇ ਹਾਂ ਇਸ ਖਬਰ ਦੇ ਵਿੱਚ। ਕੈਨੇਡਾ ਦੀ ਧਰਤੀ ਦੇ ਉੱਪਰ ਵੀ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੇ ਮੌਕੇ ਦੇ ਉੱਪਰ ਕਿਸਾਨਾਂ ਦੀ ਮੁਹਿੰਮ ਤਹਿਤ ਮੋਮਬੱਤੀਆਂ ਜਗਾ ਕੇ ਕਿਸਾਨਾਂ ਦੀ ਹਮਾਇਤ ਕੀਤੀ ਗਈ। ਮਿਸੀਸਾਗਾ ਮਾਲਟਨ ਦੇ ਵੈਸਟਵੁੱਡ ਮਾਲ ਵਿਖੇ ਨੌਜਵਾਨ ਅਤੇ ਕਿਸਾਨ ਹਮਾਇਤੀਆਂ ਵੱਲੋਂ ਭਾਰਤ ਦੇ ਵਿੱਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਗਿਆ। ਨੌਜਵਾਨਾਂ ਵੱਲੋਂ ਪਹਿਲ ਕਦਮੀ ਕਰਦਿਆਂ ਇਸ ਵਾਰ ਨਵੇਂ ਸਾਲ ਦੀ ਆਮਦ ਜਾਣੀ ਕਿ ਸ਼ੁਰੂਆਤ ਦੇ ਉੱਪਰ ਆਪਣੇ ਘਰਾਂ ਦੇ ਬਾਹਰ ਕਿਸਾਨਾਂ ਦੇ ਹੱਕ ਦੇ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ ਗਈ ਸੀ। ਮਾਲਟਨ ਦੇ ਵੈਸਟਵੁੱਡ ਮਾਲ ਵਿਖੇ ਇਹ ਪ੍ਰੋਗਰਾਮ ਸ਼ਾਮੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲਿਆ। ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਹਮਾਇਤੀ ਜਥੇਬੰਦੀਆਂ ਆਪਣੀਆਂ ਮੋਮਬੱਤੀਆਂ ਤੇ ਬੈਨਰ ਲੈ ਕੇ ਵੈਸਟਵੁੱਡ ਮਾਲ ਵਿਖੇ ਪਹੁੰਚੀਆਂ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਇਸ ਤਰੀਕੇ ਦੇ ਨਾਲ ਆਵਾਜ਼ ਬੁਲੰਦ ਕੀਤੀ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੇ ਅੰਦੋਲਨ ਨੂੰ ਸਮਰਥਨ ਦਿੰਦੇ ਪ੍ਰੋਟੈਸਟ ਕੀਤੇ ਗਏ ਹਨ। ਪੰਜਾਬੀਆਂ ਵੱਲੋਂ ਭਾਰਤ ਦੇ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦਿਆਂ ਇੱਕ ਵੱਖਰੇ ਤਰੀਕੇ ਦੇ ਨਾਲ ਵੀ ਰੈਲੀ ਕੱਢੀ ਗਈ ਸੀ। ਇਹ ਰੈਲੀ ਟੋਰਾਂਟੋ ਇਲਾਕੇ ਦੇ ਵਿੱਚ ਹਾਈਵੇਜ਼, CN ਟਾਵਰ, ਗੁਰਦੁਆਰਾ ਸਾਹਿਬਾਨ ਦੇ ਇਲਾਕੇ ਦੇ ਵਿੱਚ ਭਰਵੇਂ ਜੋਸ਼ ਦੇ ਨਾਲ ਕੱਢੀ ਗਈ ਸੀ। ਇੱਥੇ ਇਲਾਕਿਆਂ ਦੇ ਉੱਪਰੋਂ ਦੀ ਇੱਕ ਹੈਲੀਕਾਪਟਰ ਉਡਾਇਆ ਗਿਆ। ਇਸ ਮੌਕੇ ਜਗ੍ਹਾ ਜਗ੍ਹਾ ਤੇ ਲੋਕ ਇਕੱਠੇ ਹੋਏ। ਹੈਲੀਕਾਪਟਰ ਉਹਨਾਂ ਦੇ ਉੱਪਰ ਉਡਾਰੀ ਮਾਰਦਾ ਰਿਹਾ ਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਹੈਲੀਕਾਪਟਰ ਦਾ ਸਵਾਗਤ ਕੀਤਾ ਜਾਂਦਾ ਰਿਹਾ। ਪੰਜਾਬੀਆਂ ਦੀ ਇਸ ਪਹਿਲ ਦੀ ਕਾਫੀ ਜ਼ਿਆਦਾ ਇੱਥੇ ਸ਼ਲਾਘਾ ਵੀ ਹੋਈ ਸੀ। ਸੋ ਇੱਕ ਵਾਰ ਫਿਰ ਤੋਂ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਆਖਦੇ ਹਾਂ ਤੇ ਜਾਂਦੇ ਜਾਂਦੇ ਝਾਤ ਮਾਰਦੇ ਹਾਂ ਇੱਕ ਵਾਰ ਫਿਰ ਤੋਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਨਵੇਂ ਸਾਲ ਦੇ ਉੱਪਰ ਸੰਦੇਸ਼, ਕਿਹਾ ਸਭ ਦਾ ਹਾਂ ਸ਼ੁਕਰਗੁਜ਼ਾਰ। ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ, ਨੌਜਵਾਨਾਂ ਨੇ ਮੋਮਬੱਤੀਆਂ ਜਗਾ ਕੇ ਕੀਤੀ ਇਸ ਦੀ ਸ਼ੁਰੂਆਤ। ਓਨਟਾਰੀਓ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ, ਪਾਬੰਦੀਆਂ ਦੇ ਵਿੱਚ ਛੁੱਟੀਆਂ ਮਨਾਉਣ ਗਏ ਸਨ ਬਾਹਰ। ਨਵੇਂ ਸਾਲ ਦੇ ਮੌਕੇ ਦੇ ਉੱਪਰ BC ਵਾਸੀਆਂ ਦੇ ਲਈ ਨਵਾਂ ਫਰਮਾਨ, ਹੁਣ ਨਹੀਂ ਵੇਚੀ ਜਾ ਸਕਦੀ 8 ਵਜੇ ਤੋਂ ਬਾਅਦ ਸ਼ਰਾਬ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।